ਡੀਏ ਨੂੰ ਲੈ ਕੇ ਮੁਲਾਜ਼ਮਾਂ ਦਾ ਫੁੱਟਿਆ ਗੁੱਸਾ। ਅੱਜ ਤੋਂ ਪੰਜਾਬ ਭਰ ਵਿੱਚ ਮੁਕੰਮਲ ਹੜਤਾਲ। ਡੀਏ ਤੇ ਸਰਕਾਰ ਦੀ ਇੱਕ ਹੋਰ ਚਲਾਕੀ। ਅਦਾਲਤ ਵਿੱਚ ਖੁਦ ਮੁਖਤਿਆਰ ਪਰ ਅੰਦਰੋਂ ਲਾਚਾਰ ਸਰਕਾਰ। ਸਰਕਾਰ ਦੇ ਹਰ ਦਾਅ ਪੇਚ ਨੂੰ ਮਾਤ ਦੇਣ ਲਈ ਆਰ-ਪਾਰ ਦੀ ਜੰਗ ਸ਼ੁਰੂ। ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਬਿਜਲੀ ਨਿਗਮ ਦੇ ਕਾਮਿਆਂ ਲਈ 20 ਜੁਲਾਈ ਦਾ ਦਿਨ ਇੱਕ ਵੱਡਾ ਮੋੜ ਸਾਬਿਤ ਹੋ ਰਿਹਾ ਹੈ। ਅਦਾਲਤੀ ਕਾਰਵਾਈ ਤੋਂ ਲੈ ਕੇ ਸੜਕਾਂ ਤੱਕ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ। ਇੱਕ ਪਾਸੇ ਜਿੱਥੇ 20 ਜੁਲਾਈ ਨੂੰ ਹਾਈ ਕੋਰਟ ਵਿੱਚ ਮਹਿੰਗਾਈ ਭੱਤੇ यानी डीए ਦੇ ਅਹਿਮ ਮਸਲੇ ਨੂੰ ਲੈ ਕੇ ਬਹੁਤ ਹੀ ਮਹੱਤਵਪੂਰਨ ਸੁਣਵਾਈ ਹੋਈ ਹੈ, ਉੱਥੇ ਹੀ ਦੂਜੇ ਪਾਸੇ 22 ਜੁਲਾਈ ਨੂੰ ਹੋਣ ਵਾਲੀ ਅਗਲੀ ਮੁੱਖ ਸੁਣਵਾਈ ਤੋਂ ਠੀਕ ਪਹਿਲਾਂ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ। ਅਦਾਲਤ ਵਿੱਚ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਵੱਲੋਂ ਜੋ ਜਵਾਬ ਅਤੇ ਹਲਫਨਾਮਾ ਦਾਖਲ ਕੀਤਾ ਗਿਆ ਹੈ, ਉਸਨੇ ਪੂਰੇ ਪ੍ਰਸ਼ਾਸਨਿਕ ਢਾਂਚੇ ਵਿੱਚ ਇੱਕ ਵੱਡਾ ਭੂਚਾਲ ਲਿਆ ਦਿੱਤਾ ਹੈ। ਅਦਾਲਤ ਦੀਆਂ ਤਾਰੀਖਾਂ ਦੇ ਵਿਚਕਾਰ ਅੱਜ ਸਵੇਰੇ ਤੋਂ ਹੀ ਪੂਰੇ ਪੰਜਾਬ ਅੰਦਰ ਇੱਕ ਅਜਿਹਾ ਵੱਡਾ ਧਮਾਕਾ ਹੋਣ ਜਾ ਰਿਹਾ ਹੈ, ਜਿਸ ਨਾਲ ਪੂਰੇ ਸੂਬੇ ਦਾ ਸਰਕਾਰੀ ਅਤੇ ਬਿਜਲੀ ਪ੍ਰਬੰਧ ਪੂਰੀ ਤਰ੍ਹਾਂ ਠੱਪ ਹੋਣ ਦੇ ਕੰਢੇ ਪਹੁੰਚ ਗਿਆ ਹੈ। ਅਦਾਲਤ ਵਿੱਚ ਸਰਕਾਰ ਅਤੇ ਨਿਗਮ ਵੱਲੋਂ ਦਿੱਤੇ ਗਏ ਤਰਕਾਂ ਨੇ ਮੁਲਾਜ਼ਮਾਂ ਦੇ ਗੁੱਸੇ ਨੂੰ ਅੱਗ ਵਾਂਗ ਭੜਕਾ ਦਿੱਤਾ ਹੈ। ਦਾਖਲ ਕੀਤੇ ਗਏ ਹਲਫਨਾਮੇ ਵਿੱਚ ਦਾਅਵਾ ਕੀਤਾ ਗਿਆ ਕਿ ਬਿਜਲੀ ਨਿਗਮ ਇੱਕ ਪੂਰੀ ਤਰ੍ਹਾਂ ਖੁਦ ਮੁਖਤਿਆਰ ਯਾਨੀ ਆਟੋਨੋਮਸ ਸੰਸਥਾ ਹੈ, ਜਿਸ ਕਰਕੇ ਇਸ ਉੱਤੇ ਪੰਜਾਬ ਸਰਕਾਰ ਦੀ ਡੀਏ ਨੀਤੀ ਸਿੱਧੇ ਤੌਰ ਉੱਤੇ ਲਾਗੂ ਨਹੀਂ ਹੁੰਦੀ। ਪਰ ਇਸ ਦਾਅਵੇ ਦੇ ਸਾਹਮਣੇ ਆਉਂਦੇ ਹੀ ਨਿਗਮ ਦੇ ਆਪਣੇ ਹੀ ਉੱਚ ਅਧਿਕਾਰੀ, ਇੰਜੀਨੀਅਰ ਅਤੇ ਹੋਰ ਮੁਲਾਜ਼ਮ ਸਖਤ ਨਾਰਾਜ਼ ਹੋ ਗਏ ਹਨ। ਅੰਦਰੂਨੀ ਸੂਤਰਾਂ ਤੋਂ ਮਿਲੀ ਪੱਕੀ ਜਾਣਕਾਰੀ ਮੁਤਾਬਿਕ ਨਿਗਮ ਦੇ ਆਪਣੇ ਹੀ ਅਧਿਕਾਰੀ ਹੁਣ ਆਪਣੇ ਹੀ ਉੱਚ ਪ੍ਰਬੰਧਕਾਂ ਦੇ ਫੈਸਲਿਆਂ ਦੇ ਖਿਲਾਫ ਖੁੱਲ੍ਹ ਕੇ ਨਿਸ਼ਾਨੇ ਸਾਧ ਰਹੇ ਹਨ। ਅਧਿਕਾਰੀਆਂ ਦਾ ਸਾਫ਼ ਮੰਨਣਾ ਹੈ ਕਿ ਇਹ ਸਟੈਂਡ ਪਿਛਲੇ 50 ਸਾਲਾਂ ਤੋਂ ਚੱਲੀ ਆ ਰਹੀ ਨੀਤੀ ਅਤੇ ਅਦਾਲਤਾਂ ਵਿੱਚ ਲਏ ਗਏ ਪੁਰਾਣੇ ਸਟੈਂਡਾਂ ਤੋਂ ਬਿਲਕੁਲ ਉਲਟ ਹੈ। ਜੇਕਰ ਪਿਛਲੇ ਇਤਿਹਾਸ ਅਤੇ ਫੈਕਟਸ ਵੱਲ ਨਜ਼ਰ ਮਾਰੀਏ ਤਾਂ ਵੇਜ ਫਾਰਮੂਲੇਸ਼ਨ ਕਮੇਟੀ ਦੀਆਂ ਮੀਟਿੰਗਾਂ ਦੇ ਮਿੰਟਸ ਵਿੱਚ ਵੀ ਇਹ ਗੱਲ ਸਾਫ਼ ਦਰਜ ਹੈ ਕਿ ਪੰਜਾਬ ਸਰਕਾਰ ਦੀਆਂ ਡੀਏ ਨੋਟੀਫਿਕੇਸ਼ਨਾਂ ਨੂੰ ਹੀ ਅਪਣਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਲੈਕਟ੍ਰਿਸਿਟੀ ਐਕਟ 2003, ਟਰਾਂਸਫਰ ਸਕੀਮ ਅਤੇ ਟ੍ਰਾਈਪਾਰਟਾਈਟ ਐਗਰੀਮੈਂਟ ਵੀ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਦੀ ਪੂਰੀ ਰੱਖਿਆ ਕਰਦੇ ਹਨ। ਪਰ ਹੁਣ ਅਦਾਲਤ ਵਿੱਚ ਅਜਿਹੇ ਤਰਕ ਦਿੱਤੇ ਜਾ ਰਹੇ ਹਨ ਜੋ ਸਾਰੇ ਨਿਯਮਾਂ ਦੇ ਉਲਟ ਹਨ। ਜੇਕਰ ਨਿਗਮ ਵਾਕਈ ਇੱਕ ਆਟੋਨੋਮਸ ਸੰਸਥਾ ਹੈ ਤਾਂ ਫਿਰ ਅਸਿਸਟੈਂਟ ਇੰਜੀਨੀਅਰਾਂ ਦੇ ਸਟਾਰਟਿੰਗ ਸਕੇਲ ਅਤੇ ਕੌਨਕੋਰਡੈਂਟ ਟੇਬਲ ਵਰਗੇ ਮਾਮਲਿਆਂ ਲਈ ਸਰਕਾਰੀ ਮਨਜ਼ੂਰੀ ਦੀ ਉਡੀਕ ਕਿਉਂ ਕੀਤੀ ਜਾਂਦੀ ਹੈ? ਬੋਰਡ ਆਫ ਡਾਇਰੈਕਟਰਸ ਵੱਲੋਂ ਮਨਜ਼ੂਰ ਕੀਤੇ ਗਏ ਫੈਸਲਿਆਂ ਨੂੰ ਵੀ ਇਹ ਕਹਿ ਕੇ ਰੋਕ ਦਿੱਤਾ ਜਾਂਦਾ ਹੈ ਕਿ ਇਹ ਮਾਮਲਾ ਪੰਜਾਬ ਸਰਕਾਰ ਦੇ ਵਿਚਾਰਾਧੀਨ ਹੈ। ਇਹ ਦੋਹਰੀ ਨੀਤੀ ਪੂਰੀ ਤਰ੍ਹਾਂ ਵਿਰੋਧਾਭਾਸ ਨਾਲ ਭਰੀ ਹੋਈ ਹੈ। ਹੋਰ ਦੀ ਹੈਰਾਨੀਜਨਕ ਤੱਥ ਇਹ ਹੈ ਕਿ ਕੁਝ ਸਮਾਂ ਪਹਿਲਾਂ ਰੈਗੂਲੇਟਰੀ ਕਮਿਸ਼ਨ ਅੱਗੇ ਨਿਗਮ ਵੱਲੋਂ ਲਗਭਗ 7800 ਕਰੋੜ ਰੁਪਏ ਦੇ ਮੁਨਾਫੇ ਦਾ ਦਾਅਵਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬਿਜਲੀ ਦੀਆਂ ਦਰਾਂ ਵਿੱਚ ਕੁਝ ਕਟੌਤੀ ਕੀਤੀ ਗਈ ਸੀ। ਹੁਣ ਮੁਲਾਜ਼ਮ ਅਤੇ ਅਧਿਕਾਰੀ ਇਹ ਸਵਾਲ ਚੁੱਕ ਰਹੇ ਹਨ ਕਿ ਜੇਕਰ ਨਿਗਮ ਕੋਲ 7800 ਕਰੋੜ ਰੁਪਏ ਦਾ ਬੈਨੀਫਿਟ ਹੈ ਅਤੇ ਨਿਗਮ ਖੁਦ ਮੁਖਤਿਆਰ ਹੈ, ਤਾਂ ਫਿਰ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ, 6ਵੇਂ ਤਨਖਾਹ ਕਮਿਸ਼ਨ ਦੇ ਅਰਬਾਂ ਰੁਪਏ ਦੇ ਬਕਾਏ, ਸਟਾਰਟਿੰਗ ਸਕੇਲ ਅਤੇ ਕੌਨਕੋਰਡੈਂਟ ਟੇਬਲ ਜਾਰੀ ਕਿਉਂ ਨਹੀਂ ਕੀਤੇ ਜਾ ਰਹੇ? ਜਦੋਂ ਹੱਕ ਮੰਗਣ ਦੀ ਵਾਰੀ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਫਾਈਲ ਸਰਕਾਰ ਕੋਲ ਭੇਜੀ ਗਈ ਹੈ, ਅਤੇ ਜਦੋਂ ਅਦਾਲਤ ਵਿੱਚ ਜਵਾਬ ਦੇਣਾ ਹੁੰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਸਾਡਾ ਸਰਕਾਰ ਨਾਲ ਕੋਈ ਸਬੰਧ ਹੀ ਨਹੀਂ ਹੈ। ਅਜਿਹੇ ਮੱਕੜ ਜਾਲ ਵਿੱਚ ਉੱਚ ਪ੍ਰਬੰਧਕ ਖੁਦ ਹੀ ਫਸਦੇ ਨਜ਼ਰ ਆ ਰਹੇ ਹਨ। ਇਸੇ ਅਦਾਲਤੀ ਘੁੰਮਣਘੇਰੀ ਅਤੇ ਨੀਤੀਆਂ ਦੇ ਵਿਰੋਧ ਵਿੱਚ ਹੁਣ ਮੁਲਾਜ਼ਮਾਂ ਦਾ ਸਬਰ ਟੁੱਟ ਚੁੱਕਾ ਹੈ। 16 ਪ੍ਰਮੁੱਖ ਯੂਨੀਅਨਾਂ ਦੇ ਸਾਂਝੇ ਮੋਰਚੇ, ਜਿਸ ਵਿੱਚ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਸ ਅਤੇ ਕਾਉਂਸਲ ਗ੍ਰਿਡ ਸਬਸਟੇਸ਼ਨ EMPLOYEES ਯੂਨੀਅਨ ਸ਼ਾਮਿਲ ਹਨ, ਨੇ 21 ਅਤੇ 22 ਜੁਲਾਈ ਨੂੰ ਸਮੂਹਿਕ ਛੁੱਟੀ ਲੈ ਕੇ ਕੰਮ ਠੱਪ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਵੱਡਾ ਐਕਸ਼ਨ 20 ਅਤੇ 21 ਜੁਲਾਈ ਦੀ ਵਿਚਕਾਰਲੀ ਰਾਤ 12 ਵਜੇ ਤੋਂ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ 2 ਦਿਨਾਂ ਹੜਤਾਲ ਨਾਲ ਪੂਰੇ ਪੰਜਾਬ ਦੇ ਪਾਵਰ ਗ੍ਰਿਡ, ਥਰਮਲ ਪਲਾਂਟ, ਹਾਈਡਲ ਪ੍ਰੋਜੈਕਟ, ਟਰਾਂਸਮਿਸ਼ਨ ਲਾਈਨਾਂ ਅਤੇ ਕੈਸ਼ ਕਾਊਂਟਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਬਿਜਲੀ ਸਪਲਾਈ ਠੱਪ ਹੋ ਸਕਦੀ ਹੈ। ਮੁਲਾਜ਼ਮਾਂ ਦੀਆਂ ਕੁੱਲ 33 ਪ੍ਰਮੁੱਖ ਮੰਗਾਂ ਹਨ। ਇਨ੍ਹਾਂ ਵਿੱਚ 1720 ਤੋਂ ਵੱਧ ਨਵੇਂ ਭਰਤੀ ਹੋਏ ਮੁਲਾਜ਼ਮਾਂ ਤੇ ਕੇਂਦਰ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨਾ, ਰੋਕੀਆਂ ਗਈਆਂ 6 ਡੀਏ ਦੀਆਂ ਕਿਸ਼ਤਾਂ ਯਾਨੀ 18% ਮਹਿੰਗਾਈ ਭੱਤਾ ਤੁਰੰਤ ਰਿਲੀਜ਼ ਕਰਨਾ, ਨਵੀਂ ਪੈਨਸ਼ਨ ਸਕੀਮ ਦੀ ਥਾਂ ਪੁਰਾਣੀ ਪੈਨਸ਼ਨ ਬਹਾਲ ਕਰਨਾ, ਬੰਦ ਕੀਤੇ ਗਏ ਪੇਂਡੂ ਤੇ ਬਾਰਡਰ ਭੱਤੇ ਮੁੜ ਚਾਲੂ ਕਰਨਾ, ਜੂਨੀਅਰ ਇੰਜੀਨੀਅਰਾਂ ਲਈ ਸਮਾਬੱਧ ਤਰੱਕੀ ਸਕੇਲ ਬਰਕਰਾਰ ਰੱਖਣਾ,
ਜੇਈ ਤੋਂ ਏਈ ਦੀ ਪ੍ਰਮੋਸ਼ਨ ਦਾ ਕੋਟਾ 50% ਤੋਂ ਵਧਾ ਕੇ 75% ਕਰਨਾ। ਸਾਰੀਆਂ ਖਾਲੀ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਭਰਨਾ ਸ਼ਾਮਿਲ ਹੈ। ਇਸ ਹੜਤਾਲ ਦੇ ਸੱਦੇ ਨੇ ਸ਼ਾਸਨ ਅਤੇ ਪ੍ਰਸ਼ਾਸਨ ਵਿੱਚ ਭਾਜੜਾਂ ਪਾ ਦਿੱਤੀਆਂ ਹਨ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਬਦਲਵੇਂ ਪ੍ਰਬੰਧ ਕਰਨ ਵਿੱਚ ਜੁਟ ਗਿਆ ਹੈ। ਹਾਲਾਤ ਨੂੰ ਵਿਗੜਦੇ ਦੇਖ ਕੇ ਪੰਜਾਬ ਦੇ ਪਾਵਰ ਮੰਤਰੀ ਵੱਲੋਂ ਮੋਹਾਲੀ ਵਿਖੇ ਹੰਗਾਮੀ ਮੀਟਿੰਗ ਵੀ ਸੱਦੀ ਗਈ ਹੈ ਤਾਂ ਜੋ ਮੁਲਾਜ਼ਮਾਂ ਨੂੰ ਸਮਝਾ ਕੇ ਇਸ ਠੱਪ ਪ੍ਰੋਗਰਾਮ ਨੂੰ ਰੋਕਿਆ ਜਾ ਸਕੇ। ਪਰ ਮੁਲਾਜ਼ਮਾਂ ਦਾ ਰੁਖ ਸਾਫ਼ ਹੈ ਕਿ ਜਦੋਂ ਤੱਕ ਉਹਨਾਂ ਦੇ ਹੱਕੀ ਦਾਅਵੇ ਅਤੇ ਅਦਾਲਤੀ ਮਾਮਲਿਆਂ ਵਿੱਚ ਸੱਚਾਈ ਸਾਹਮਣੇ ਨਹੀਂ ਆਉਂਦੀ, ਸੰਘਰਸ਼ ਜਾਰੀ ਰਹੇਗਾ। 22 ਜੁਲਾਈ ਦੀ ਅਦਾਲਤੀ ਸੁਣਵਾਈ ਅਤੇ ਇਸ 2 ਦਿਨਾਂ ਬੰਦ ਦਾ ਭਵਿੱਖ ਪੰਜਾਬ ਦੀ ਰਾਜਨੀਤੀ ਅਤੇ ਮੁਲਾਜ਼ਮ ਅੰਦੋਲਨ ਲਈ ਬਹੁਤ ਵੱਡਾ ਫੈਸਲਾਕੁਨ ਮੋੜ ਸਾਬਿਤ ਹੋਣ ਵਾਲਾ ਹੈ। ਇਸੇ ਗੰਭੀਰ ਮੁੱਦੇ ਨੂੰ ਲੈ ਕੇ ਅੰਦਰ ਖਾਤੇ ਲੀਡਰਾਂ ਅਤੇ ਮੁਲਾਜ਼ਮਾਂ ਦੇ ਵਿਚਕਾਰ ਬਹੁਤ ਤਿੱਖੀ ਚਰਚਾ ਚੱਲ ਰਹੀ ਹੈ। ਲੋਕ ਆਪਸ ਵਿੱਚ ਇਹ ਸਵਾਲ ਉਠਾ ਰਹੇ ਨੇ ਕਿ ਕੀ ਸੱਚਮੁੱਚ ਡੀਏ ਦਾ ਮੁੱਦਾ ਇੰਨਾ ਗੰਭੀਰ ਹੈ। ਚਰਚਾ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਵੀ ਡੀਏ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਮੁਲਾਜ਼ਮਾਂ ਵੱਲੋਂ ਇਹ ਸੰਦੇਸ਼ ਆਉਂਦੇ ਨੇ ਕਿ ਇਸ ਨੂੰ ਡੀਏ ਦੀ ਜਗ੍ਹਾ ਮਹਿੰਗਾਈ ਭੱਤਾ ਕਿਹਾ ਜਾਵੇ, ਕਿਉਂਕਿ ਆਮ ਲੋਕਾਂ ਜਾਂ ਸਰਕਾਰ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਇਹ ਕੋਈ ਬੋਨਸ ਹੈ, ਕੋਈ ਗਿਫਟ ਹੈ ਜਾਂ ਕੋਈ ਵੱਖਰੀ ਬਖਸ਼ਿਸ਼ ਹੈ, ਜਦਕਿ ਇਹ ਮੁਲਾਜ਼ਮਾਂ ਦੀ ਤਨਖਾਹ ਦਾ ਉਹ ਅਹਿਮ ਹਿੱਸਾ ਹੈ ਜੋ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੇ ਕਾਰਨ ਤਨਖਾਹ ਨੂੰ ਲੱਗਣ ਵਾਲੇ ਖੋਰੇ ਦੀ ਭਰਪਾਈ ਕਰਨ ਲਈ ਦਿੱਤਾ ਜਾਂਦਾ ਹੈ। ਇਹ ਮੁੱਦਾ ਹੁਣ ਇੰਨਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਪੰਜਾਬ ਦੌਰੇ ਦੌਰਾਨ ਆਪਣੇ ਭਾਸ਼ਣ ਵਿੱਚ ਇਸ ਦਾ ਬਕਾਇਦਾ ਜ਼ਿਕਰ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਸਟੇਜ ਤੋਂ ਸਾਫ਼ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਡੀਏ ਖੋਣ ਨੂੰ ਤੁਰੀ ਫਿਰਦੀ ਹੈ, ਜਦਕਿ ਕੇਂਦਰ ਅਤੇ ਹਰਿਆਣਾ ਵਰਗੀਆਂ ਸਰਕਾਰਾਂ ਆਪਣੇ ਮੁਲਾਜ਼ਮਾਂ ਨੂੰ 60% ਦੇ ਕਰੀਬ ਡੀਏ ਦੇ ਰਹੀਆਂ ਨੇ। ਉਧਰ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਚੋਣਾਂ ਵੇਲੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਜੋ ਨੋਟੀਫਿਕੇਸ਼ਨ ਜਾਰੀ ਕੀਤੀ ਸੀ, ਉਸ ਦਾ ਅੱਜ ਤੱਕ ਕਿਸੇ ਨੂੰ ਕੋਈ ਲਾਭ ਨਹੀਂ ਮਿਲਿਆ। 17,720 ਦੇ ਸਕੇਲ ਖਤਮ ਕਰਨ ਦੇ ਵਾਅਦੇ ਵੀ ਵਫਾ ਨਹੀਂ ਹੋਏ। ਹੁਣ ਮੁਲਾਜ਼ਮਾਂ ਨੇ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ। 7 ਅਗਸਤ ਦੀ ਮਹਾ ਰੈਲੀ ਦੌਰਾਨ ਹੀ ਅਗਲੇ ਤਿੱਖੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ, ਜਿਸ ਦੇ ਤਹਿਤ ਪੂਰੇ ਪੰਜਾਬ ਨੂੰ ਪੂਰਨ ਰੂਪ ਵਿੱਚ ਬੰਦ ਕਰਨ ਦੀ ਤਿਆਰੀ ਹੈ। ਇਸ ਬੰਦ ਦੇ ਦੌਰਾਨ ਪੰਜਾਬ ਰੋਡਵੇਜ਼, ਪਨਬਸ ਅਤੇ ਸਭ ਤੋਂ ਅਹਿਮ ਗੱਲ ਜੋ ਕਾਰ ਡਰਾਈਵਰ ਸਰਕਾਰੀ ਅਫਸਰਾਂ, ਮੰਤਰੀਆਂ, ਐਸਡੀਐਮਸ, ਏਡੀਸੀਜ਼, ਡੀਸੀਜ਼ ਅਤੇ ਜੱਜਾਂ ਦੇ ਨਾਲ ਚੱਲਦੇ ਨੇ, ਉਹ ਸਾਰੇ ਆਪਣੀਆਂ ਗੱਡੀਆਂ ਦੀਆਂ ਚਾਬੀਆਂ ਜਮ੍ਹਾਂ ਕਰਵਾ ਕੇ ਕੰਮ ਪੂਰੀ ਤਰ੍ਹਾਂ ਠੱਪ ਕਰ ਦੇਣਗੇ। ਮਿਨਿਸਟੀਰੀਅਲ ਸਟਾਫ, ਐਜੂਕੇਸ਼ਨ ਵਿਭਾਗ ਅਤੇ ਇੰਜੀਨੀਅਰਿੰਗ ਵਿੰਗ ਦੇ ਮੁਲਾਜ਼ਮ ਦਫ਼ਤਰਾਂ ਨੂੰ ਤਾਲੇ ਲਗਾ ਕੇ ਬਾਹਰ ਬੈਠ ਜਾਣਗੇ। ਮੁਲਾਜ਼ਮਾਂ ਦਾ ਸਾਫ਼ ਕਹਿਣਾ ਹੈ ਕਿ ਸੰਵਿਧਾਨ ਦੇ ਆਰਟੀਕਲ 141 ਦੇ ਮੁਤਾਬਿਕ ਜੇਕਰ ਸੁਪਰੀਮ ਕੋਰਟ ਕੋਈ ਫੈਸਲਾ ਦਿੰਦੀ ਹੈ ਤਾਂ ਉਹ ਦੇਸ਼ ਦੀਆਂ ਸਾਰੀਆਂ ਅਦਾਲਤਾਂ ਅਤੇ ਸਰਕਾਰਾਂ ਲਈ ਮੰਨਣਾ ਲਾਜ਼ਮੀ ਹੁੰਦਾ ਹੈ। ਸੁਪਰੀਮ ਕੋਰਟ ਦੇ ਕਈ ਫੈਸਲੇ ਡੀਏ ਦੇ ਹੱਕ ਵਿੱਚ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਜੋ ਅੜੀਅਲ ਵਤੀਰਾ ਅਪਣਾ ਰਹੀ ਹੈ, ਉਹ ਉਸ ਨੂੰ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਬਹੁਤ ਭਾਰੀ ਪਵੇਗਾ। ਮੁਲਾਜ਼ਮ ਹੁਣ ਚੇਤਾਵਨੀ ਨਹੀਂ ਦੇ ਰਹੇ, ਬਲਕਿ ਪ੍ਰੈਕਟੀਕਲ ਰੂਪ ਵਿੱਚ ਆਪਣੀ ਤਾਕਤ ਦਿਖਾਉਣ ਲਈ ਇਕਜੁੱਟ ਹੋ ਚੁੱਕੇ ਨੇ। ਬੁੱਧਵਾਰ ਤੋਂ ਬਾਅਦ ਜਥੇਬੰਦੀਆਂ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਰਹਿੰਦੀਆਂ ਯੂਨੀਅਨਾਂ ਨੂੰ ਵੀ ਨਾਲ ਜੋੜਨਗੀਆਂ ਤਾਂ ਜੋ ਸਰਕਾਰ ਦੀਆਂ ਬਰੂਹਾਂ ਨੂੰ ਹਿਲਾਇਆ ਜਾ ਸਕੇ। ਹੁਣ ਸਭ ਦੀਆਂ ਨਜ਼ਰਾਂ ਹਾਈ ਕੋਰਟ ਦੇ ਅਗਲੇ ਕਦਮ ਤੇ ਟਿਕੀਆਂ ਹੋਈਆਂ ਨੇ ਕਿ ਅਦਾਲਤ ਸਰਕਾਰ ਦੀ ਇਸ ਨਵੀਂ ਚਾਲ ਨੂੰ ਖਾਰਿਜ ਕਰਕੇ ਲੱਖਾਂ ਮੁਲਾਜ਼ਮਾਂ ਨੂੰ ਇਨਸਾਫ ਕਦੋਂ ਦਿੰਦੀ ਹੈ।